स्वागत करते हैं जी एक बार फिर आप सब ਦਾ ਅੱਜ ਦੇ ਰਿਲੀਜੀਅਸ ਸੈਗਮੈਂਟ ਵਿੱਚ। ਅੱਜ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਭਾਈ ਦੀਪਿੰਦਰ ਸਿੰਘ ਜੀ, ਜਿਹੜੇ ਕਿ ਅੰਬਾਲੇ ਤੋਂ ਹਨ ਅਤੇ ਨਾਲ ਅੱਜਕੱਲ ਗੁਰਦੁਆਰਾ ਸਿੰਘ ਸਭਾ ਸਰੀ ਦੇ ਵਿੱਚ ਹਰ ਰੋਜ਼ ਸੰਗਤਾਂ ਨੂੰ ਕਥਾ ਨਾਲ ਨਿਹਾਲ ਕਰ ਰਹੇ ਨੇ। ਅੱਜ ਦਾ ਮੁੱਦਾ ਜਿਸ ਦੇ ਬਾਰੇ ਅਸੀਂ ਗੱਲਬਾਤ ਕਰਨੀ ਹੈ, ਇਸ ਦੀ ਬਹੁਤ ਮਹੱਤਤਾ ਹੈ। ਸਾਨੂੰ ਪਤਾ ਹੈ ਕਿ ਸਾਡਾ ਗੁਰੂ ਸ਼ਬਦ ਗੁਰੂ ਹੈ। ਸ਼ਬਦ ਗੁਰੂ ਤੇ ਅੱਜ 21ਵੀਂ ਸਦੀ ਜੋ ਚੱਲ ਰਹੀ ਹੈ, ਇਸ ਦਾ ਕੀ ਸੰਬੰਧ ਹੈ ਤੇ ਖਾਸ ਤੌਰ ਤੇ ਅੱਜ ਜਿਸ ਤਰ੍ਹਾਂ ਬਾਬਾ ਡਮ ਫੈਲ ਰਿਹਾ ਹੈ, ਅਸੀਂ ਲੋਕ ਸ਼ਬਦ ਗੁਰੂ ਨੂੰ ਕਹਿੰਦੇ ਤਾਂ ਹਾਂ ਕਿ ਗੁਰੂ ਹੈ ਸਾਡਾ, ਪਰ ਕੀ ਵਾਕਈ 'ਚ ਅਸੀਂ ਮੰਨ ਰਹੇ ਹਾਂ ਗੁਰੂ ਨੂੰ? ਆਓ ਇਸੇ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ ਭਾਈ ਦੀਪਿੰਦਰ ਸਿੰਘ ਜੀ ਨਾਲ। ਜਾਨੂ ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸ਼ਬਦ ਗੁਰੂ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਜੀ, ਸ਼ਬਦ ਗੁਰੂ ਪਹਿਲਾਂ ਗੁਰੂਆਂ ਦੀ ਪਰੰਪਰਾ ਜੋ ਚੱਲਦੀ ਰਹੀ, ਅੱਜ ਇਹ ਵੀ ਮਨ 'ਚ ਕਈ ਲੋਕ ਸੋਚਦੇ ਨੇ ਕਿ ਜੀ ਜਿਹੜੇ ਗੁਰੂ ਸਨ ਸਾਡੇ, ਉਹ ਇੱਕ ਸਰੀਰ ਸਨ। ਉਹ ਤਾਂ ਗੁਰੂ ਸਾਹਿਬ ਨੇ ਸਾਬਤ ਕਰਦਾ ਕਿ ਨਹੀਂ, ਸ਼ਬਦ ਹੀ ਸਾਡਾ ਗੁਰੂ ਹੈ। ਪਰ ਅੱਜ ਵੀ ਇਹ ਚੀਜ਼ ਪ੍ਰਚਲਿਤ ਹੈ ਕਿ ਲੋਕ ਜਿਹੜੇ ਨੇ ਉਹ ਬਜਾਏ ਕਿ ਸ਼ਬਦ ਗੁਰੂ ਨਾਲ ਜੁੜਦੇ, ਉਹ ਅੱਜ ਵੀ ਦੇਹਾਂ ਨਾਲ ਜੁੜ ਕੇ ਤਾਂ ਆਪਣੇ ਜੀਵਨ ਦੇ ਵਿੱਚ ਉਹ ਚੀਜ਼ਾਂ ਨੂੰ ਅੱਗੇ ਲੈ ਕੇ ਆ ਰਹੇ ਨੇ। ਇਸ ਸੰਬੰਧ ਸਾਨੂੰ ਅੱਜ ਵਿਸਤਾਰ ਵਿੱਚ ਦੱਸੋ ਜੀ। ਸਭ ਤੋਂ ਪਹਿਲਾਂ ਸ਼ਬਦ ਗੁਰੂ ਨੂੰ ਹੀ ਸਮਝ ਲਈਏ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜੋਗੀਆਂ ਨੇ ਸਵਾਲ ਕੀਤਾ, ਤੁਹਾਡਾ ਗੁਰੂ ਕੌਣ ਹੈ? ਪਾਤਸ਼ਾਹ ਜੀ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਸਮੇਂ ਦੇ ਅੰਦਰ ਉਧਰ ਵੀ ਸ਼ਬਦ ਗੁਰੂ ਦਾ ਪ੍ਰਚਾਰ ਸੀ। ਖਰਚਾ ਦੀ ਖਸਮ ਦੀ ਅਪਖਾਨ ਦੀ ਖੈਰ ਦਬੱਟੀ ਹੈ, ਲੰਗਰ ਚੱਲਿਆ ਗੁਰੂ ਸ਼ਬਦ ਹਰ ਤੋਟ ਨਾ ਵੀ ਖੱਟੀ ਹੈ। ਠੀਕ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਆਪਣੇ ਸਰੀਰ ਨੂੰ ਗੁਰੂ ਨਹੀਂ ਕਿਹਾ, ਉਹਨਾਂ ਨੇ ਕਿਹਾ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ, ਅਨਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ। ਗੁਰੂ ਰਾਮਦਾਸ ਪਾਤਸ਼ਾਹ ਜੀ ਵੀ ਕਹਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਔਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੇ ਕਹਿੰਦੇ ਨੇ ਵੀ ਪੋਥੀ ਬਾਣੀ ਕੇਵਲ ਗੁਰੂ ਹੀ ਨਹੀਂ, ਪੋਥੀ ਪਰਮੇਸ਼ਰ ਕਾ ਥਾਨ, ਇਹ ਤੇ ਰੱਬ ਦਾ ਰੂਪ ਹੈ। ਸੋ ਸੀਨਾ ਬਸੀਨਾ ਇਹ ਜਿਹੜੀ ਸੋਚ ਚੱਲਦੀ ਆਈ, ਕਿਉਂਕਿ ਗੁਰੂ ਪਾਤਸ਼ਾਹ ਜੀ ਨੂੰ ਇਸ ਕਰਕੇ ਜ਼ੋਰ ਦੇ ਕੇ ਗੱਲ ਕਹਿਣੀ ਪਈ ਕਿਉਂਕਿ ਗੁਰੂ ਸ਼ਬਦ ਦੀ ਬੜੀ ਦੁਰਵਰਤੋਂ ਹੋਈ ਸੀ ਗੁਰੂ ਪਾਤਸ਼ਾਹ ਜੀ ਤੋਂ ਪਹਿਲਾਂ। ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਕਿਉਂ? ਬਾਜੋ ਗੁਰੂ ਗੋਬਾਰ ਹੈ। ਗੁਰੂ ਨਹੀਂ ਸੀਗਾ, ਹਨੇਰਾ ਸੀ, ਅਗਿਆਨਤਾ ਸੀਗੀ, ਔਰ ਉਸ ਅਗਿਆਨਤਾ ਕਰਕੇ ਪੂਰੇ ਸੰਸਾਰ ਦੇ ਅੰਦਰ ਇੱਕ ਹਨੇਰਾ ਸੀਗਾ। ਲੋਕ ਤਰਾਹੀ ਤਰਾਹੀ ਕਰ ਰਹੇ ਸਨ। ਕਿਉਂਕਿ ਜਿਹੜੇ ਗੁਰੂ ਸਨ ਉਹ ਕੈਸੇ ਸਨ? ਬਾਣੀ ਹੀ ਸਾਨੂੰ ਦੱਸਦੀ ਹੈ ਵੀ ਚੌਂਕੜ ਮੂਲ ਅਣਾਇਆ ਬਹਿ ਚੌਂਕੇ ਪਾਇਆ, ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ। ਵੀ 4 ਕੋਡੀਆਂ ਦਾ ਜਨੇਊ ਗਲੇ ਵਿੱਚ ਪਾ ਕੇ ਕਹਿ ਦਿੱਤਾ ਵੀ ਤੇਰਾ ਗੁਰੂ ਮੈਂ ਹੋਵਾਂਗਾ। ਜਾਂ ਵਾਇਨ ਚੱਲੇ ਨੱਚਨ ਗੁਰ ਪੈਰ ਹਲਾਇਨ ਫੇਰਨ ਸਿਰ, ਅਜਿਹੇ ਜਿਹੜੇ ਗੁਰੂ ਸਨ। ਕੋਈ ਜੇ ਭਗਤ ਸਾਹਿਬਾਨਾਂ ਤੋਂ ਪੁੱਛੀਏ ਕਿ ਉਹਨਾਂ ਦੀ ਵਿਚਾਰਧਾਰਾ ਵੱਖਰੀ ਸੀ? ਨਹੀਂ। ਕਬੀਰ ਜੀ ਕਹਿੰਦੇ ਨੇ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾ ਵਿਵੇਕੋ, ਕਹਿੰਦੇ ਨੇ ਮੇਰਾ ਗੁਰੂ ਗਿਆਨ ਗੁਰੂ ਹੈ, ਸ਼ਬਦ ਗੁਰੂ ਹੈ। ਯਾਨੀ ਕਿ ਵੱਖਰੇ ਵੱਖਰੇ ਭਗਤ, ਕੋਈ ਮਰਾਠਵਾੜੇ ਬੈਠਾ ਹੈ, ਕੋਈ ਬਨਾਰਸ ਦੇ ਅੰਦਰ ਬੈਠਾ ਹੈ, ਕੋਈ ਪੰਜਾਬ ਦੇ ਖਿੱਤੇ ਵਿੱਚੋਂ ਆਇਆ, ਗੁਰੂ ਸਾਹਿਬਾਨ ਸਾਰਿਆਂ ਦੀ ਸੋਚ ਇੱਕ ਹੈ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਹੁਣ ਆਪ ਜੀ ਨੇ ਸਵਾਲ ਕੀਤਾ ਹੈ ਕਿ ਅੱਜ ਦੇਹ ਨੂੰ ਕਿਉਂ ਪ੍ਰਧਾਨਤਾ ਦਿੱਤੀ ਜਾ ਰਹੀ ਹੈ? ਗੁਰੂ ਸਾਹਿਬਾਨਾਂ ਨੇ ਕਿਉਂ ਦਿੱਤੀ? ਗੁਰੂ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਗੁਰੂ ਨਹੀਂ ਆਖਿਆ, ਜਿਵੇਂ ਅਸੀਂ ਹੁਣ ਪ੍ਰਮਾਣ ਜਿਹੜੇ ਨੇ ਉਹ ਸਾਂਝੇ ਕੀਤੇ ਨੇ। ਇੱਕ ਦੀਵਾਰ ਦੇ ਉੱਤੇ ਕੋਈ ਇਸ਼ਤਿਹਾਰ ਲਾਉਂਦਾ ਸਾਡੀ, ਅਸੀਂ ਉਹਨੂੰ ਮਨਾ ਕਰਨ ਦੇ ਵਾਸਤੇ ਕਿ ਇਸ਼ਤਿਹਾਰ ਲਾ ਦਿੰਦੇ ਆ ਕਿ ਇਸ ਦੀਵਾਰ ਤੇ ਇਸ ਕੰਧ ਤੇ ਇਸ਼ਤਿਹਾਰ ਲਾਉਣਾ ਮਨਾ ਹੈ, ਇਸ ਕੰਧ ਦੇ ਉੱਤੇ ਇਸ਼ਤਿਹਾਰ ਲਾਉਣਾ ਮਨਾ ਹੈ। ਰੋਕਣ ਵਾਸਤੇ ਵੀ ਸਾਨੂੰ ਇਸ਼ਤਿਹਾਰ ਲਾਣਾ ਪਏਗਾ। ਇਸੇ ਕਰਕੇ ਦੇਹ ਰੂਪ ਦੇ ਅੰਦਰ ਜਦੋਂ ਅਸੀਂ ਰੋਕਣਾ ਸੀ ਸ਼ਬਦ ਗੁਰੂ ਨੂੰ ਕਿ ਸ਼ਬਦ ਗੁਰੂ ਨੂੰ ਸ਼ਬਦ ਗੁਰੂ ਦੇ ਤੌਰ ਤੇ ਮੰਨਣਾ, ਦੇਹ ਦੇ ਤੌਰ ਤੇ ਨਹੀਂ, ਗੁਰੂ ਪਾਤਸ਼ਾਹ ਜੀ ਨੂੰ ਦੇਹ ਦੇ ਰੂਪ ਦੇ ਅੰਦਰ ਆ ਕੇ ਉਹਦਾ ਪ੍ਰਚਾਰ ਕਰਨਾ ਪਿਆ ਔਰ 239 ਸਾਲ ਦਾ ਸਮਾਂ ਲਾ ਕੇ ਦੇਹ ਰੂਪ ਦੇ ਅੰਦਰ। ਲੇਕਿਨ ਅੱਜ ਜੋ ਮਿਡਲਮੈਨ, ਕੀ ਇੱਕ ਮਿਡਲਮੈਨ ਦੀ ਲੋੜ ਹੈਗੀ ਹੈ ਰੱਬ ਦੀ ਪ੍ਰਾਪਤੀ ਦੀ? ਸਿੱਖੀ ਦੇ ਵਿੱਚ ਕੀ ਹੈ, ਕੋਈ ਹੈਗਾ? ਕਿਉਂਕਿ ਅਸੀਂ ਜਿਸ ਤਰ੍ਹਾਂ ਦੇਖਦੇ ਹਾਂ ਗੁਰੂ ਸਾਹਿਬ ਨੇ ਵੀ ਕਦੀ, ਤੁਸੀਂ ਜਿਸ ਤਰ੍ਹਾਂ ਕਿਹਾ ਕਿ ਆਪਣੇ ਆਪ ਨੂੰ ਨਹੀਂ ਪੂਜਾ ਨਹੀਂ ਕਰਵਾਈ, ਲੇਕਿਨ ਅੱਜ ਜਿਹੜੇ ਮਿਡਲਮੈਨ ਨੇ ਉਹ ਕਹਿੰਦੇ ਨੇ ਕਿ ਜੀ ਸਾਡੇ ਦੁਆਰਾ ਹੀ ਤੁਸੀਂ ਰੱਬ ਦੀ ਪ੍ਰਾਪਤੀ ਕਰ ਸਕਦੇ ਹੋ। ਇਹ ਗੁਰਬਾਣੀ 'ਚ ਇੱਕ ਸਿੱਖ ਨੂੰ ਕਰਨਾ ਚਾਹੀਦਾ? ਨਹੀਂ, ਐਸਾ ਕੋਈ ਕਨਸੈਪਟ ਨਹੀਂ ਹੈ ਸਿੱਖੀ ਦੇ ਅੰਦਰ। ਸਾਨੂੰ ਡਾਇਰੈਕਟ ਗੁਰੂ ਪਾਤਸ਼ਾਹ ਜੀ ਨੇ ਆਪ ਵੀ ਵਿਚੋਲੇ ਨਿਭਨੇ, ਸਾਨੂੰ ਡਾਇਰੈਕਟ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਿਆ। ਗੁਰੂ ਸਾਨੂੰ ਗਿਆਨ ਬਖਸ਼ਿਸ਼ ਕਰਦਾ, ਹੋਰ ਸਾਨੂੰ ਤੀਜੇ ਮਿਡਲਮੈਨ ਦੀ ਕੋਈ ਲੋੜ ਨਹੀਂ ਹੈ। ਗੁਰੂ ਹੀ ਸਾਡਾ ਵਿਚੋਲਾ ਹੈ, ਕੇਵਲ ਤੇ ਕੇਵਲ ਗੁਰੂ ਸਾਡਾ ਵਿਚੋਲਾ ਹੈ। ਔਰ ਤੁਸੀਂ ਵੇਖੋ ਕਿ 21ਵੀਂ ਸਦੀ ਦੇ ਅੰਦਰ ਅਸੀਂ ਇਹਨਾਂ ਗੱਲਾਂ ਦੇ ਅੰਦਰ ਫਸੇ ਹਾਂ, ਪਰ ਪਾਤਸ਼ਾਹ ਜੀ ਸਾਨੂੰ 500 ਸਾਲ ਪਹਿਲਾਂ ਕਿੰਨੀਆਂ ਸੋਹਣੀਆਂ ਜਿਹੜੀਆਂ 21ਵੀਂ ਸਦੀ ਦੇ ਅੰਦਰ ਜਿਉਣ ਵਾਸਤੇ ਗੱਲਾਂ ਦੇ ਗਏ ਨੇ। ਅੱਜ ਅਸੀਂ ਆਪਣੇ ਬੱਚਿਆਂ ਨੂੰ ਦੱਸ ਸਕਦੇ ਹਾਂ ਜਿਹੜੀ ਗੱਲ ਤੁਸੀਂ ਅੱਜ ਸੁਣਦੇ ਹੋ ਜਾਂ ਪੜ੍ਹਦੇ ਹੋ ਸਾਇੰਸ ਦੇ ਅੰਦਰ, ਇਹ ਯੂਨੀਵਰਸ ਹੋਂਦ ਵਿੱਚ ਕਿਵੇਂ ਆਇਆ, ਕਾਇਨਾਤ ਹੋਂਦ ਵਿੱਚ ਕਿਵੇਂ ਆਈ। ਅੱਜ ਨਾਸਾ ਵਾਲੇ ਜ਼ਿਕਰ ਕਰਦੇ ਨੇ ਬਿਗ ਬੈਂਗ ਹੋਇਆ, ਅਰਬਦ ਖਰਬਦ ਧੁੰਦੂਕਾਰਾ, ਹਾਂ ਅਰਬਨ ਅਰਬਦ ਧੁੰਦੂਕਾਰਾ, ਧਰਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੂਝ ਸਮਾਦ ਲਗਾਇੰਦਾ। ਵੀ ਪਹਿਲਾਂ ਕੈਸੇ ਸੀਗੀ, ਫਿਰ ਤਰਲ ਹੋਇਆ, ਉਸ ਤੋਂ ਬਾਅਦ ਠੋਸ ਹੋਇਆ। ਅੱਜ ਇਹ ਥਿਊਰੀ ਮੰਨੀ ਜਾਂਦੀ ਹੈ। ਪਾਤਸ਼ਾਹ ਜੀ 500 ਸਾਲ ਪਹਿਲਾਂ ਕਹਿ ਰਹੇ ਨੇ ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ,
ਜਲ ਤੇ ਤ੍ਰਿਭੁਵਨ ਸਾਜਿਆ ਘਟ ਘਟ ਜੋਤ ਸਮੋਏ। ਇਹ ਕਨਸੈਪਟ ਉਦੋਂ ਦਿੱਤਾ ਜਾ ਰਿਹਾ ਜਦੋਂ ਕੋਈ ਖੁਰਦਬੀਨ ਸਾਡੇ ਕੋਲ ਗੁਰੂ ਪਾਤਸ਼ਾਹ ਜੀ ਦੇ ਕੋਲ ਨਹੀਂ ਸੀ, ਕੋਈ ਟੈਲੀਸਕੋਪ ਨਹੀਂ ਸੀਗਾ, ਕੋਈ ਸਾਇੰਸ ਦਾ ਕੋਈ ਇਕਵਿਪਮੈਂਟ ਉਹਨਾਂ ਕੋਲ ਨਹੀਂ ਸੀਗਾ, ਲੇਕਿਨ ਉਹ ਇੰਨੀ ਸੋਹਣੀ ਸੋਚ ਦੇ ਰਹੇ ਨੇ, ਉਸ ਵੇਲੇ ਦੇ ਰਹੇ ਨੇ। ਔਰ ਨਾਲ ਦੇ ਨਾਲ ਇੱਕ ਗੱਲ ਕਹਿ ਰਹੇ ਨੇ ਕਿ ਤੁਸੀਂ ਵੇਖੋ ਕਿ ਪੂਰੀ ਕਾਇਨਾਤ ਦੇ ਅੰਦਰ ਕੁਦਰਤ ਵਿੱਚ ਉਹ ਵਸਦਾ ਹੈ, ਔਰ ਇਸ ਕੁਦਰਤ ਦਾ ਅਸੀਂ ਪਾਰਟ ਆ। ਸਾਡੇ ਅੰਦਰ ਵੀ ਇੱਕ ਛੋਟਾ ਜਿਹਾ ਯੂਨੀਵਰਸ ਕੰਮ ਕਰ ਰਿਹਾ, 5 ਤੱਤਾਂ ਦਾ ਸਾਡਾ ਸਰੀਰ ਬਣਿਆ, ਔਰ 5 ਤੱਤਾਂ ਦਾ ਇਹ ਪੂਰਾ ਯੂਨੀਵਰਸ ਜਿਹੜਾ ਹੈ, ਧਰਤੀ ਜਿਹੜੀ ਬਣੀ ਮੰਨੀ ਜਾਂਦੀ ਹੈ। ਧਰਤੀ ਉੱਤੇ 70% ਪਾਣੀ ਹੈ, ਸਾਡੇ ਇਸ ਅਰਥ ਉੱਤੇ। ਸਾਡੇ ਸਰੀਰ ਅੰਦਰ ਵੀ 70% ਪਾਣੀ ਮੌਜੂਦ ਹੈ, ਠੀਕ। ਔਰ ਵਨਸਪਤੀ ਦੇ ਅੰਦਰ ਵੀ 70% ਪਾਣੀ ਮੌਜੂਦ ਹੈ। ਗ੍ਰੈਵਿਟੀ ਫੋਰਸ ਤੁਸੀਂ ਵੇਖੋ ਕਿ ਉੱਤੇ ਜਾ ਕੇ ਕਿਸ ਰੂਪ ਦੇ ਅੰਦਰ ਖਤਮ ਹੋ ਜਾਂਦੀ ਹੈ ਗ੍ਰੈਵਿਟੀ। ਸਾਡਾ ਜਿਹੜਾ ਬਲੱਡ ਦਾ ਸਰਕੂਲੇਸ਼ਨ ਹੈ ਉੱਤੇ ਨੂੰ ਆ ਰਿਹਾ ਹੈ। ਇੱਕ ਐਸੀ ਕ੍ਰਿਤ ਬਣਾ ਦਿੱਤੀ ਜਿਹੜੀ ਯੂਨੀਵਰਸ ਦੇ ਵਿੱਚੋਂ ਇੱਕ ਨਿੱਕਾ ਜਿਹਾ, ਤੁਸੀਂ ਇਹਨੂੰ ਕਹਿ ਸਕਦੇ ਹੋ ਯੂਨੀਵਰਸ ਦਾ ਭਾਗ ਹੀ ਹੈ। ਜਦੋਂ ਅਸੀਂ ਅੰਦਰ ਖੋਜਦੇ ਆ ਨਾ, ਸਾਨੂੰ ਪਤਾ ਲੱਗਦਾ ਹੈ ਪੂਰੀ ਕਾਇਨਾਤ ਦੇ ਅੰਦਰ ਕੀ ਕੁਝ ਵਰਤ ਰਿਹਾ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੈ। ਅਸੀਂ ਅੱਜ ਤੱਕ ਆਪਣੇ ਬਾਰੇ ਖੋਜ ਨਹੀਂ ਕਰ ਪਾਏ। ਹੁਣ DNA ਦਾ ਜਿਹੜਾ ਹੈ ਉਹ ਨਵੀਂ ਖੋਜ ਹੋ ਗਈ। ਉਸ ਤੋਂ ਅੱਗੇ ਅਸੀਂ ਸਟੈਮ ਸੈਲਸ ਤੇ ਆ ਗਏ। ਇਸ ਤੋਂ ਅੱਗੇ ਵੀ ਹਾਲੇ ਖੋਜ ਹੋਣੀ ਬਹੁਤ ਬਾਕੀ ਹੈ, ਜੋ ਅਸੀਂ ਆਪਣੇ ਤਨ ਦੇ ਅੰਦਰ ਕਰਕੇ ਵੇਖ ਕੇ ਪੂਰੀ ਕਾਇਨਾਤ ਦਾ ਜਿਹੜਾ ਵਰਤਾਰਾ ਹੈ ਉਹ ਦੇਖ ਸਕਦੇ ਹਾਂ, ਠੀਕ। ਧਰਤੀ ਦੀ ਉਮਰ ਮੰਨੀ ਗਈ, ਅੱਜ ਕਿਆਸ ਪੁਰਾਣ ਲਾਏ ਗਏ ਕਿ 4 ਕਰੋੜ ਸਾਲ ਪੁਰਾਣੀ ਧਰਤੀ ਹੈ। ਲੇਕਿਨ ਹੁਣੇ ਇੱਕ ਖੋਪੜੀ ਮਿਲੀ ਹੈ, ਖੋਪਰ ਮਿਲਿਆ ਬੰਦੇ ਦਾ ਜਿਹੜਾ ਧਰਤੀ ਦੇ ਵਿੱਚੋਂ ਕੱਢਿਆ, ਉਹ 5 ਕਰੋੜ ਸਾਲ ਪੁਰਾਣਾ ਸੀਗਾ। ਇਹਦਾ ਮਤਲਬ ਕਿ ਅਸੀਂ ਹਾਲੇ ਤੱਕ ਇਹੀ ਨਹੀਂ ਲੱਭ ਪਾਏ ਵੀ ਕਦੋਂ ਆਇਆ। ਲੇਕਿਨ ਅੱਜ ਵੀ ਅਸੀਂ ਦਿਨਾਂ ਵਾਰਾਂ ਤੇ ਥਿੱਤਾਂ ਨੂੰ ਮੁੱਖ ਰੱਖਦੇ ਹਾਂ, ਜਦ ਕਿ ਸਾਨੂੰ ਇਹ ਨਹੀਂ ਪਤਾ ਵੀ ਪਹਿਲਾ ਦਿਨ ਕਿਹੜਾ ਸੀ, ਸੋਮਵਾਰ ਸੀ ਜਾਂ ਮੰਗਲਵਾਰ ਸੀ, ਠੀਕ। ਜਿਵੇਂ ਅਸੀਂ ਬਾਣੀ ਦੇ ਅੰਦਰ ਪੜ੍ਹਦੇ ਹਾਂ ਵੀ ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੀ ਰੁੱਤੀ ਮਹਾ ਕਵਣ, ਜਿਤ ਹੋ ਆਕਾਰ, ਵੇਲ ਨਾ ਪਾਇਓ ਪੰਡਤੀ ਜੇ ਹੋਵੇ ਲਿਖ ਪੁਰਾਣ, ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲਿਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣਾ, ਰੁਤਮਾ ਨਾ ਕੋਈ, ਜਾਂ ਕਰਤਾ ਸਿਰਟੀ ਕੋ ਸਾਜੇ ਆਪੇ ਜਾਣੇ ਸੋਈ। ਕਿੰਨਾ ਸਪਸ਼ਟ ਸਿਧਾਂਤ ਸੀ ਵੀ ਪਤਾ ਹੀ ਨਹੀਂ ਪਹਿਲਾ ਦਿਨ ਕਿਹੜਾ ਹੈ। ਲੇਕਿਨ ਫਿਰ ਵੀ ਅੱਜ ਅਸੀਂ ਵਾਰਾਂ ਦੀ ਵਿਚਾਰ ਕਰਦੇ ਹਾਂ, ਅੱਜ ਅਸੀਂ ਮਹੀਨਿਆਂ ਦੀ ਵਿਚਾਰ ਕਰਦੇ ਹਾਂ, ਅੱਜ ਅਸੀਂ ਭੈੜੇ ਤੇ ਚੰਗੇ ਮੰਦੇ ਦੀ ਵਿਚਾਰ ਕਰਦੇ ਹਾਂ, ਔਰ ਜਨਮ ਪੱਤਰੀਆਂ ਬਣਵਾ ਰਹੇ ਹਾਂ, ਔਰ ਉਸ ਤੇ ਬੇਸਡ ਨੇ ਕਿ ਤੁਹਾਡਾ ਜਨਮ ਕਦੋਂ ਹੋਇਆ। ਅੱਜ ਅਸੀਂ ਆਪਣੀਆਂ ਘੜੀਆਂ ਵੀ ਮੈਚ ਕਰੀਏ, ਸਾਡੀ ਘੜੀ ਦੇ ਅੰਦਰ 1-2 ਮਿੰਟ ਦਾ ਫਰਕ ਹੁੰਦਾ ਹੈ। ਤੇ ਆਪਣੇ ਨਿਊਜ਼ ਚੈਨਲਸ ਤੇ ਵੀ ਜੇ ਅਸੀਂ ਵਾਚ ਕਰੀਏ ਤਾਂ ਉਹਨਾਂ ਦੇ ਅੰਦਰ ਵੀ ਕੋਈ 1-2 ਮਿੰਟ ਦਾ ਫਰਕ ਹੁੰਦਾ ਹੈ। ਜਾਣੀ ਕਿ ਸਾਨੂੰ ਆਪਣੇ ਜਨਮ ਦਾ ਹੀ ਸਹੀ ਢੰਗ ਦਾ ਟਾਈਮ ਨਹੀਂ ਪਤਾ ਤੇ ਅਸੀਂ ਕਿਸ ਆਧਾਰ ਤੇ ਉਸ ਰੂਪ ਦੇ ਅੰਦਰ ਜੋਤਸ਼ੀ ਨੂੰ ਮੰਨ ਰਹੇ ਹਾਂ। ਲੇਕਿਨ ਰਾਜਸਥਾਨ ਜੀ ਜੋਤਸ਼ੀਆਂ ਦੀ ਪਰਮਾਰ ਸਿੱਖਾਂ ਦੇ ਵਿੱਚ ਵੀ ਬਹੁਤ ਹੈਗੀ ਹੈ, ਤੇ ਬਲਕਿ ਸਿੱਖ ਜਿਹੜੇ ਨੇ ਉਹ ਵੀ ਇਸ ਪਾਸੇ ਬਹੁਤ ਜੁੜ ਰਹੇ ਨੇ। ਈਵਨ ਪ੍ਰਚਾਰਕਾਂ ਨੂੰ ਵੀ ਮੈਂ ਕਈ ਵਾਰੀ ਦੇਖਦਾ ਕਿ ਉਹਨਾਂ ਨੇ ਵੀ ਹੱਥਾਂ 'ਚ ਮੁੰਦਰੀਆਂ ਪਾਈਆਂ ਹੋਈਆਂ ਨੇ, ਤੇ ਉਹ ਕੀ ਪ੍ਰਚਾਰ ਕਰਨਗੇ ਜਦ ਕਿ ਸਿੱਖੀ ਸਿਧਾਂਤ ਜੋ ਹੈ ਉਹ ਬਿਲਕੁਲ ਇਸ ਦੇ ਉਲਟ ਹੈਗਾ। ਹਾਂ ਬਿਲਕੁਲ, ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ। ਤੁਸੀਂ ਦੇਖ ਰਹੇ ਹੋ ਬਾਣੀ ਸਾਨੂੰ ਇਹੀ ਗੱਲ ਕਹਿ ਰਹੀ ਹੈ ਕਿ ਜਦੋਂ ਸਾਨੂੰ ਇਹੀ ਨਹੀਂ ਪਤਾ ਸ਼ੁਰੂਆਤ ਕਿੱਥੋਂ ਹੋਈ ਤੇ ਅਸੀਂ ਦਿਨਾਂ ਦੀ ਵਿਚਾਰ ਜਾਂ ਚੰਗੇ ਮਾੜੇ ਦਿਨਾਂ ਦੀ ਵਿਚਾਰ ਕਰ ਸਕਦੇ। ਸ਼ਗਨ ਅਪਸ਼ਗਨ ਤਿਸ ਕੋ ਲੱਗਾ ਜਿਸ ਚੀਤ ਨਾ ਆਵੇ। ਸੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ 21ਵੀਂ ਸਦੀ ਦੇ ਅੰਦਰ ਜਿਉਣ ਵਾਸਤੇ ਜਾਂ ਇਸ ਤੋਂ ਵੀ ਅੱਗੇ ਆਉਣ ਵਾਲੇ ਸਮੇਂ ਦੇ ਅੰਦਰ ਵੀ ਬਾਣੀ ਸਾਡੇ ਜੀਵਨ ਅੰਦਰ ਸਹਾਇਕ ਹੋ ਸਕਦੀ ਹੈ। ਅੱਜ ਅਸੀਂ ਕਹਿੰਦੇ ਆ ਵੀ ਇੱਕ ਗਲੈਕਸੀ ਨਹੀਂ, ਜਿਸ ਮਿਲਕੀ ਵੇ 'ਚ ਅਸੀਂ ਰਹਿੰਦੇ ਹਾਂ ਅਨੇਕਾਂ ਗਲੈਕਸੀਜ਼ ਮੌਜੂਦ ਨੇ। ਗੁਰੂ ਪਾਤਸ਼ਾਹ ਜੀ ਅੱਜ ਤੋਂ 500 ਸਾਲ ਪਹਿਲਾਂ ਇਹੀ ਗੱਲ ਕਹਿ ਰਹੇ ਨੇ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਲੇਕਿਨ ਇਹ ਸਾਡਾ ਕਨਸੈਪਟ ਨਹੀਂ ਹੈ। ਅਸੀਂ ਲੱਖਾਂ ਦੇ ਵਾਸਤੇ ਵੀ ਨਹੀਂ ਕਹਿ ਰਹੇ। ਗੁਰੂ ਪਾਤਸ਼ਾਹ ਜੀ ਇਹ ਨਹੀਂ ਕਹਿ ਰਹੇ ਵੀ ਪਤਾਲਾ ਪਤਾਲ ਲੱਖ ਆਗਾਸਾਂ ਆਗਾਸ ਲੱਖ ਨੇ। ਓੜਕ ਓੜਕ ਭਾਲਤ ਕੇ ਵੇਦ ਕਹਿਣ ਇੱਕ ਬਾਤ, ਇਹ ਵੇਦ ਕਹਿ ਰਹੇ ਨੇ। ਸੈਂਸ 18 ਕਹਿਣ ਕਦੇ ਭਾਸਲੂ ਇੱਕ ਧਾਤ। ਪਾਤਸ਼ਾਹ ਜੀ ਕੀ ਕਹਿ ਰਹੇ ਨੇ, ਲੇਖਾ ਹੋਏ ਤੇ ਲਿਖੀਏ ਲੇਖਾ। ਅੱਜ ਇੱਕ ਤਾਰਾ ਮੰਨਿਆ ਜਾਂਦਾ ਹੈ ਜਿਹੜਾ 4 ਕਰੋੜ ਸਾਲ ਲਾਈਟ ਈਅਰ ਦੀ ਦੂਰੀ ਤੇ ਹੈ, ਔਰ ਸੂਰਜ ਤੋਂ ਬਹੁਤ ਵੱਡਾ ਹੈ। ਉਹਦੀ ਰੋਸ਼ਨੀ ਇੰਨਾ ਸਮਾਂ ਲਾਏਗੀ 4 ਕਰੋੜ ਈਅਰਸ, ਲਾਈਟ ਈਅਰਸ ਸਾਡੇ ਤੱਕ ਪਹੁੰਚਣ ਤੇ। ਔਰ ਗੁਰੂ ਪਾਤਸ਼ਾਹ ਜੀ ਸਾਨੂੰ ਇਹ ਸਮਝਾ ਰਹੇ ਨੇ ਵੀ ਇੱਕ ਸੂਰਜ ਨਹੀਂ, ਅਨੇਕਾਂ ਸੂਰਜ ਨੇ, ਕਈ ਕੋਟ ਸੂਰ ਨਖੇਤਰ, ਪੂਰੇ ਬ੍ਰਹਮੰਡ ਦੇ ਅੰਦਰ ਕਈ ਕਰੋੜ ਸੂਰਜ ਨੇ, ਕਈ ਕਰੋੜ ਚੰਦਰਮਾ ਨੇ, ਕਈ ਧਰਤੀਆਂ ਨੇ। ਧਰਤੀ ਹੋਰ, ਪਰੈ ਹੋਰ, ਲੇਕਿਨ ਕੀ ਨੇ? ਅਗੰਮ ਤੇ ਅਪਹੁੰਚ। ਅਗੰਮ ਅਸੰਖ ਲੋ ਕਹਿੰਦੇ ਨੇ ਧਰਤੀ ਨੂੰ। ਅਗੰਮ ਨੇ ਐਸੇ, ਅਪਹੁੰਚ ਧਰਤੀਆਂ ਨੇ। ਹੁਣ ਇਹ ਸਾਰਾ ਕੁਝ ਸਾਨੂੰ ਬਾਣੀ ਦੇ ਰਹੀ ਹੈ, ਔਰ 21ਵੀਂ ਸਦੀ ਦਾ ਸਾਨੂੰ ਜਿਉਣ ਵਾਸਤੇ ਇੱਕ ਸਿਧਾਂਤ ਦੇ ਰਹੀ ਹੈ। ਜਿੱਥੇ ਸਾਇੰਸ ਦੇ ਤਜਰਬੇ ਖਤਮ ਹੁੰਦੇ ਨੇ, ਉੱਥੋਂ ਗੁਰਮਤਿ ਦੀ ਗੱਲ ਸ਼ੁਰੂ ਹੁੰਦੀ ਹੈ, ਗੁਰਬਾਣੀ ਦੀ ਗੱਲ ਸ਼ੁਰੂ ਹੁੰਦੀ ਹੈ। ਜਿਵੇਂ ਤੁਸੀਂ ਜੀਵ ਨੂੰ ਲੈ ਲਓ ਜੀ, ਆਪਾਂ ਕਹਿੰਦੇ ਹਾਂ ਕਿ 4 ਖਾਣੀਆਂ ਨੇ ਤੇ 4 ਬਾਣੀਆਂ ਨੇ। ਸੇਤਜ, ਉਤਪੁਜ, ਅੰਡਜ, ਜੀਰਜ, ਇਹ 4 ਖਾਣੀਆਂ ਮੰਨੀਆਂ ਜਾਂਦੀਆਂ ਨੇ। ਲੇਕਿਨ ਪਾਤਸ਼ਾਹ ਜੀ ਕਹਿੰਦੇ ਨਹੀਂ ਕਿ 84 ਲੱਖ ਪਰਟੀਕੂਲਰ ਜੂਨਾਂ ਨਹੀਂ, ਇਸ ਤੋਂ ਵੱਧ ਵੀ ਜੂਨਾਂ ਹੋ ਸਕਦੀਆਂ ਨੇ। ਇੱਕ ਪ੍ਰਤੀਕਾਤਮਕ ਤੌਰ ਤੇ ਇਹ ਬਾਤ ਲਈ ਜਦੋਂ ਪਾਤਸ਼ਾਹ ਜੀ ਕਹਿੰਦੇ ਨੇ ਕੇਤਿਆਂ ਖਾਣੀ ਕੇਤਿਆਂ ਬਾਣੀ, ਕਹਿੰਦੇ ਕਈਆਂ ਹੀ ਖਾਣੀਆਂ ਨੇ ਤੇ ਕਈਆਂ ਹੀ ਬਾਣੀਆਂ ਨੇ। ਬਾਣੀ ਦਾ ਮਤਲਬ ਪਰਾਪਸੰਤੀ ਮਧਮਾ ਪੈਖਰਾ, ਜੋ ਅਸੀਂ ਬੋਲਦੇ ਹਾਂ 4 ਹਿੱਸੇ ਮੰਨੇ ਜਾਂਦੇ ਨੇ ਜੀ।
ਔਰ ਖਾਣੀਆਂ 4 ਮੰਨੀਆਂ ਜਾ। ਪਾਤਸ਼ਾਹ ਜੀ ਕਹਿੰਦੇ ਨਹੀਂ 4 ਨਹੀਂ, ਬੇਅੰਤੀ ਨੇ। ਜਿਵੇਂ ਹੁਣ ਡਾਇਨਾਸੌਰ ਚਲੇ ਗਿਆ, ਇੱਕ ਪ੍ਰਜਾਤੀ ਖਤਮ ਹੋ ਗਈ, ਲੇਕਿਨ ਹੋਰ ਕਈ ਪ੍ਰਜਾਤੀਆਂ ਦਾ ਜਨਮ ਹੋ ਰਿਹਾ ਹੈ। ਔਰ ਲਗਭਗ ਅੱਜ ਮੰਨਿਆ ਜਾਂਦਾ ਹੈ ਕਿ 4 ਬਿਲੀਅਨ ਜਾਂ ਟ੍ਰਿਲੀਅਨ ਜੀਵ ਜਿਹੜੇ ਨੇ ਇਸ ਧਰਤੀ ਤੇ ਮੌਜੂਦ ਨੇ। ਠੀਕ। ਡਾਰਵਿਨ ਵਰਗਾ ਅੱਜ ਖੋਜ ਕਰਦਾ ਫਿਰਦਾ ਆਪਣੇ ਸਾਥੀਆਂ ਦੇ ਨਾਲ, ਤੇ ਉਹ ਲੱਭਦਾ ਵੀ ਇੱਕ ਐਸਾ ਜੀਵ ਮਿਲਿਆ ਸਮੁੰਦਰ ਦੇ ਅੰਦਰ ਜਿਹੜਾ ਕਿ ਸਮੁੰਦਰ ਦੇ ਅੰਦਰ ਸਰਵਾਈਵ ਕਰ ਰਿਹਾ, ਅੰਨਾ ਹੋ ਕੇ ਕੈਮੀਕਲ ਨੂੰ ਖਾ ਰਿਹਾ। ਰਾਈਟ। ਜਿੱਥੇ ਕਿ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਵੀ ਇਸ ਧਰਤੀ ਦੇ ਉੱਤੇ ਐਸੇ ਵੀ ਜੀਵ ਨੇ ਪ੍ਰਭਾਵ ਬਿਨ ਸਾਸ ਤੇ ਰੱਖ ਹੈ, ਜਿੱਥੇ ਆਕਸੀਜਨ ਨਹੀਂ ਉੱਥੇ ਵੀ ਉਹ ਜੀਵ। ਬਿਲਕੁਲ। ਸੋ ਸਾਇੰਸ ਤੇ ਬਾਣੀ ਦੀ ਜਿਹੜਾ ਹੈਗਾ ਇਹ ਤਾਲਮੇਲ ਜਿਹੜਾ ਹੈਗਾ ਗੁਰੂ ਸਾਹਿਬ ਪਹਿਲਾਂ ਹੀ ਕਹਿ ਗਏ। ਪਰ ਅੱਜ ਅਗੇਨ ਹੈਰਾਨੀ ਤਦ ਹੁੰਦੀ ਹੈ ਜਦੋਂ ਕਿ ਪੜ੍ਹੇ ਲਿਖੇ ਲੋਕ, ਅੱਜ ਅਸੀਂ ਕਹਿੰਦੇ ਅਸੀਂ 21ਵੀਂ ਸਦੀ 'ਚ ਰਹਿ ਰਹੇ ਹਾਂ, ਪਰ ਫਿਰ ਵੀ ਉਹ ਭੁਲੇਖਿਆਂ ਦੇ ਵਿੱਚ, ਉਹ ਵਹਿਮਾਂ ਦੇ ਵਿੱਚ ਪੈ ਕੇ ਅਸੀਂ ਆਪਣੇ ਜੀਵਨ ਨੂੰ ਚਲਾ ਰਹੇ ਹੈਗੇ ਹਾਂ। ਇਸ ਬਾਰੇ ਗੱਲ ਕਰਨੀ ਸੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕਿ ਕਿਸ ਤਰੀਕੇ ਨਾਲ ਅਸੀਂ ਨਿਵਰਤ ਹੋਣਾ ਹੈ, ਇਹਨਾਂ ਚੀਜ਼ਾਂ 'ਚੋਂ ਬਾਹਰ ਨਿਕਲਣਾ ਹੈ, ਤੇ ਬਾਣੀ ਸਾਨੂੰ ਕੀ ਉਪਦੇਸ਼ ਕਰਦੀ ਹੈ। ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ? ਸਮਝ ਨਹੀਂ ਆਉਂਦਾ ਕੀ ਕਰੋ? ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ। ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਘਟਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ। ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। 186679088984 ਬਿਜ਼ਨਸ ਸੋਲੂਸ਼ਨਜ਼, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਸੋ ਵਾਂਸ ਅਗੇਨ ਵੈਲਕਮ ਬੈਕ ਟੂ ਦ ਪ੍ਰੋਗਰਾਮ। ਮੇਰੇ ਨਾਲ ਸਾਥ ਦੇ ਰਹੇ ਨੇ ਭਾਈ ਦੀਪਿੰਦਰ ਸਿੰਘ ਜੀ, ਜਿਹੜੇ ਕਿ ਸਾਡੇ ਮਹਿਮਾਨ ਹਨ। ਅੱਜ ਜਿਸ ਵਿਸ਼ੇ ਤੇ ਅਸੀਂ ਗੱਲ ਕਰ ਰਹੇ ਹਾਂ, ਅੱਜ 21ਵੀਂ ਸਦੀ 'ਚ ਅਸੀਂ ਰਹਿ ਰਹੇ ਹਾਂ, ਪਰ ਕੀ ਵਾਕਿਆ 'ਚ ਅਸੀਂ 21ਵੀਂ ਸਦੀ 'ਚ ਰਹਿ ਰਹੇ ਹਾਂ? ਕੀ ਸਾਡੀ ਸੋਚ ਵਿੱਚ ਕੋਈ ਤਬਦੀਲੀ ਆ ਰਹੀ ਹੈ? ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਆਪਣਾ ਗੁਰੂ ਤਾਂ ਮੰਨਦੇ ਹਾਂ, ਪਰ ਜੋ ਕੁਝ ਉਸ ਦੇ ਵਿੱਚ ਲਿਖਿਆ ਗਿਆ ਹੈ ਕਿ ਉਸ ਨੂੰ ਅਸੀਂ ਫੋਲੋ ਕਰ ਰਹੇ ਹਾਂ? ਇਸੇ ਸੰਬੰਧ ਵਿੱਚ ਗੱਲਬਾਤ ਚੱਲ ਰਹੀ ਹੈ ਭਾਈ ਦੀਪਿੰਦਰ ਸਿੰਘ ਨਾਲ। ਜੀ ਭਾਈ ਸਾਹਿਬ, ਬ੍ਰੇਕ ਤੋਂ ਪਹਿਲਾਂ ਜੋ ਗੱਲ ਚੱਲ ਰਹੀ ਸੀ ਕਿ ਅੱਜ ਪੜ੍ਹਿਆ ਲਿਖਿਆ ਇਨਸਾਨ, ਇੱਕ ਤਾਂ ਹੋਇਆ ਨਾ ਜੀ ਕਿ ਅਨਪੜ੍ਹੇ ਚਲੋ ਮੰਨਿਆ ਕਿ ਪਤਾ ਨਹੀਂ, ਪਰ ਅੱਜ ਇੱਕ ਪੜ੍ਹਿਆ ਲਿਖਿਆ ਇਨਸਾਨ ਜੋ ਹੈ ਉਹ ਵੀ ਆਪਣੇ ਦਿਮਾਗ 'ਤੇ ਜੋ ਸੋਚ ਬੈਠੀ ਹੋਈ ਹੈ ਉਸ ਨੂੰ ਚੇਂਜ ਕਰਨ ਲਈ ਤਿਆਰ ਨਹੀਂ ਹੈਗਾ, ਕਿਉਂਕਿ ਇੱਕ ਟ੍ਰੈਡੀਸ਼ਨ ਜਿਹੜੀ ਅਸੀਂ ਬਣਾ ਦਿੱਤੀ ਹੈਗੀ ਹੈ। ਸ਼ਬਦ ਗੁਰੂ, ਹਾਂ ਮੱਥਾ ਤਾਂ ਜ਼ਰੂਰ ਟੇਕਨੇ, ਪਰ ਜਿਹੜਾ ਇੱਕ ਮਿਡਲ ਮੈਨ ਵਿੱਚ ਲੈ ਆਏ, ਉਹ ਜੋ ਸ਼ਖਸੀਅਤ ਹੈ ਉਹ ਕਹਿੰਦੀ ਤਾਂ ਇਹ ਹੈ ਕਿ ਜੀ ਮੈਂ ਗੁਰੂ ਦੀ ਬਾਣੀ, ਗੁਰੂ ਦਾ ਹੀ ਸਹਾਰਾ ਲੈ ਕੇ ਤੁਹਾਨੂੰ ਮੈਂ ਗਾਈਡ ਕਰ ਰਿਹਾ, ਪਰ ਨਾਲ ਉਹ ਆਪ ਜੋ ਵਿੱਚ ਆ ਗਿਆ ਉਹਦੇ ਸੰਬੰਧ ਵਿੱਚ ਜ਼ਰੂਰ ਦੱਸੋ ਕਿ ਗੁਰਬਾਣੀ ਦੇ ਬਾਰੇ ਕੀ ਕਹਿੰਦੀ ਹੈ ਤੇ ਕਿਸ ਤਰੀਕੇ ਨਾਲ 21ਵੀਂ ਸਦੀ 'ਚ ਰਹਿੰਦੇ ਹੋਏ ਅਸੀਂ ਇਸ ਚੀਜ਼ ਤੋਂ ਬਾਹਰ ਨਿਕਲਣਾ। ਹਾਂਜੀ, ਜਿਵੇਂ ਤੁਸੀਂ ਸਵਾਲ ਕੀਤਾ ਕਿ ਅਸੀਂ ਗੁਰਬਾਣੀ ਨੂੰ ਪੜ੍ਹਿਆ ਨਹੀਂ, ਗੁਰਬਾਣੀ ਨੂੰ ਸਮਝਿਆ ਨਹੀਂ, ਗੁਰਬਾਣੀ ਨੂੰ ਕੇਵਲ ਇੱਕ ਪੂਜਾ ਦਾ ਜਿਹੜਾ ਹੈ ਉਹ ਰੂਪ ਦੇ ਦਿੱਤਾ, ਮੱਥਾ ਟੇਕਿਆ ਔਰ ਘਰ ਵਾਪਸ ਪਰਤ ਗਏ। ਗੁਰਬਾਣੀ ਦੇ ਅਰਥ ਭਾਵਾਂ ਨੂੰ ਸਮਝਣਾ ਸੀ ਔਰ ਗੁਰਬਾਣੀ ਦੇ ਅਰਥ ਭਾਵਾਂ ਨੂੰ ਸਮਝ ਕੇ ਉਸ ਮੁਤਾਬਕ ਆਪਣਾ ਜੀਵਨ ਢਾਲਣਾ ਸੀ। ਜਿਵੇਂ 21ਵੀਂ ਸਦੀ ਦੀ ਗੱਲ ਕੀਤੀ ਹੈ ਔਰ ਅਸੀਂ ਅੱਜ ਵੀ ਜਾਦੂ ਟੋਣਿਆਂ, ਜੰਤਰਾਂ ਮੰਤਰਾਂ, ਤੰਤਰਾਂ ਦੇ ਵਿੱਚ ਖਚਿਤ ਹੋ ਰਹੇ ਹਾਂ। ਹੁਣ ਇੱਕ ਘਟਨਾ, ਸੱਚੀ ਘਟਨਾ ਪਟਿਆਲੇ ਦੇ ਅੰਦਰ ਵਾਪਰਦੀ ਹੈ ਕਿ ਇੱਕ ਸੱਸ ਆਪਣੀ ਨੂੰਹ ਰਾਣੀ ਨੂੰ ਲੈ ਕੇ ਹਸਪੀਟਲ ਦੇ ਬਾਹਰ ਖੜੀ ਹੈ ਜੀ। ਘਰ ਦੇ ਅੰਦਰ ਬੱਚਾ, ਉਹਦੀ ਨਵੀਂ ਕਿਲਕਾਰੀ ਗੂੰਜਣ ਵਾਲੀ ਹੈ। ਹੁਣ ਇੱਕ ਬੋਰਡ ਦੇ ਥੱਲੇ ਬੈਠੇ ਨੇ ਉਹ ਦੋਵੇਂ, ਉੱਥੇ ਇੱਕ ਕਾਂ ਬਿੱਠ ਕਰਦਾ ਹੈ, ਉਸ ਨੂੰਹ ਰਾਣੀ ਦੇ ਸਿਰ ਤੇ ਪੈ ਜਾਂਦੀ ਹੈ। ਸੱਸ ਜਿਹੜੀ ਬਾਣੀ ਵੀ ਪੜ੍ਹਦੀ ਹੈ, ਬਾਣੀ ਪੜ੍ਹ ਵੀ ਰਹੀ ਸੀ ਕਿ ਅੱਜ ਘਰ ਦੇ ਅੰਦਰ ਬੱਚਾ ਆਉਣ ਵਾਲਾ ਹੈ, ਉਹ ਬਾਣੀ ਪੜ੍ਹਦੀ ਕੀ ਦੇਖਦੀ ਹੈ ਕਿ ਸਿਰ ਦੇ ਉੱਤੇ ਬਿੱਠ ਕਰ ਗਿਆ ਕਾਂ, ਔਰ ਕਾਂ ਅਪਸ਼ਗਨੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਹੁਣ ਪਾਤਸ਼ਾਹ ਜੀ ਸਾਨੂੰ, ਜਿਵੇਂ ਅਸੀਂ ਵਿਚਾਰ ਕੀਤੀ ਇਹ, ਉਹਨੇ ਉਸੇ ਵੇਲੇ ਗੁਟਕਾ ਬੰਦ ਕਰਕੇ ਉਸੇ ਵੇਲੇ ਮੱਥੇ ਤੇ ਹੱਥ ਮਾਰ ਕੇ ਰੋਣਾ ਸ਼ੁਰੂ ਕਰ ਦਿੱਤਾ। ਘਰ ਦੇ ਅੰਦਰ ਅਪਸ਼ਗਨੀ ਹੋ ਗਈ ਹੈ। ਹੁਣ ਜਿਹੜਾ ਬੱਚਾ ਜੰਮੇਗਾ ਮੁੰਡਾ ਨਹੀਂ ਹੋ ਸਕਦਾ, ਬੇਟਾ ਨਹੀਂ ਹੋ ਸਕਦਾ, ਬੇਟੀ ਹੋਵੇਗੀ। ਔਰ ਸਭ ਤੋਂ ਵੱਡੀ ਇੱਕ ਦੁਖਾਂਤ ਹੈ ਸਾਡੇ ਸਮਾਜ ਦਾ, ਇਹ ਕੁਝ ਵਾਪਰ ਰਿਹਾ। ਹੁਣ ਸਮਾਂ ਹੋ ਗਿਆ, ਡਾਕਟਰ ਕੋਲ ਗਈ, ਰੋਂਦਿਆਂ ਡਾਕਟਰ ਨੂੰ ਕਹਿੰਦੀ ਵੀ ਕੀ ਹੋਵੇਗਾ, ਹੁਣ ਤੇ ਘਰ ਵਿੱਚ ਜਿਹੜੀ ਹੈ ਬੇਟੀ ਆ ਜਾਵੇਗੀ। ਡਾਕਟਰ ਨੇ ਬਹੁਤ ਸਮਝਾਇਆ ਵੀ 9 ਮਹੀਨੇ ਜਿਹੜਾ ਬੱਚਾ ਗਰਭ ਦੇ ਅੰਦਰ ਪਲਿਆ ਹੈ ਉਹ ਇੱਕ ਕਾਂ ਦੀ ਵਿੱਠ ਨਾਲ ਤਬਦੀਲ ਨਹੀਂ ਹੋ ਸਕਦਾ, ਲੇਕਿਨ ਮਨ ਦੇ ਅੰਦਰ ਜਿਹੜੀਆਂ ਮਨੋਤਾਂ ਸਾਡੀਆਂ ਘਰ ਕੀਤੀਆਂ ਹੋਈਆਂ ਨੇ ਕਿ ਅਸੀਂ ਗੁਰਬਾਣੀ ਨੂੰ ਅਜੋਕੇ ਸਮੇਂ ਦੇ ਸੰਦਰਭ ਵਿੱਚ ਦੇਖ ਹੀ ਨਹੀਂ ਰਹੇ, ਉਹ ਕਹਿੰਦੀ ਨਹੀਂ ਹੁਣ ਤੇ ਬੇਟੀ ਹੀ ਹੋਵੇਗੀ ਘਰ ਦੇ ਅੰਦਰ। ਚਲੋ ਬੱਚਾ ਜਨਮ ਲਿਆ ਬੱਚੇ ਨੇ, ਹੁਣ ਡਾਕਟਰ ਬੜੀ ਖੁਸ਼ੀ ਇਸ ਨੂੰ ਮਿਲਦੀ ਹੈ। ਡਾਕਟਰ ਕਹਿੰਦੀ ਹੈ ਕਿ ਚਲੋ ਇੱਕ ਬੰਦੇ ਦਾ ਭੁਲੇਖਾ ਤਾਂ ਮੈਂ ਦੂਰ ਕਰਾਂਗੀ, ਇੱਕ ਦਾ ਤਾਂ ਭਰਮ ਖਤਮ ਹੋਏਗਾ। ਡਾਕਟਰ ਉਹਨੂੰ ਜਾ ਕੇ ਕਹਿੰਦੀ ਕਿ ਮਾਤਾ ਵੀ ਹੁਣ ਤੂੰ ਫਿਕਰ ਨਾ ਕਰ, ਰੋਣਾ ਧੋਣਾ ਛੱਡ, ਤੇਰੇ ਘਰ ਦੇ ਅੰਦਰ ਬੇਟੇ ਨੇ ਜਨਮ ਲੈ ਲਿਆ, ਤੇਰੇ ਪੋਤਰੇ ਨੇ ਜਨਮ ਲੈ ਲਿਆ, ਹੁਣ ਤੇ ਤੇਰਾ ਵਹਿਮ ਖਤਮ ਹੋ ਗਿਆ ਨਾ ਵੀ ਕਾਂ ਦੀ ਵਿੱਠ ਨਾਲ ਕੋਈ ਫਰਕ ਨਹੀਂ ਪੈਂਦਾ। ਲੈ ਕਹਿੰਦੀ ਡਾਕਟਰ ਸਾਹਿਬ ਤੁਸੀਂ 4 ਕਿਤਾਬਾਂ ਪੜ੍ਹ ਕੇ ਮੈਨੂੰ ਕਹਿੰਦੇ ਸਿਖਾਉਣ ਚੱਲੇ ਹੋ, ਹੁਣ ਤੇ ਜਿਹੜੀ ਦੂਜੀ ਨੂੰਹ ਹੋਏਗੀ ਨਾ, ਉਹਦਾ ਬੇਟਾ ਹੋਣਾ ਹੈ, ਬੱਚਾ ਹੋਣਾ ਹੈ, ਉਹਨੂੰ ਬੋਰਡ ਥੱਲੇ ਬਿਠਾਵਾਂਗੀ ਤੇ ਕਾਂ ਜਦੋਂ ਤੱਕ ਵਿੱਠ ਨਹੀਂ ਕਰਦਾ ਉਸ ਤੋਂ ਤੱਕ ਮੈਂ ਉਸ ਨੂੰ ਉੱਥੋਂ ਉਠਾਵਾਂਗੀ ਨਹੀਂ। ਸਹੀ ਗੱਲ। ਸੋ ਇਹੋ ਜਿਹਾ ਮਨ ਦੇ ਵਿੱਚ ਅਸੀਂ ਗੱਲਾਂ ਬਿਠਾ ਲੈਂਦੇ ਜਿਹੜੀਆਂ ਕਿ ਟ੍ਰੈਡੀਸ਼ਨ ਬਣ ਜਾਂਦੀਆਂ ਹੈਗੀਆਂ ਇੱਕ ਤਰ੍ਹਾਂ ਦੀ।
ਅੱਛਾ, ਇਹਦੇ 'ਚ ਜਿਹੜੀ ਤੁਸੀਂ ਗੱਲ ਕਰੋ 21ਵੀਂ ਸਦੀ ਵਿੱਚ ਤੁਸੀਂ ਪੰਡਤਾਂ ਦੀ ਜਿਹੜੀ ਗੱਲ ਕੀਤੀ ਹੈ, ਇਹ ਧਾਗੇ ਤਵੀਤਾਂ ਦਾ ਵੀ ਕੋਈ ਚੱਕਰ ਹੈਗਾ ਸਿੱਖੀ ਦੇ ਵਿੱਚ? ਐਸਾ ਕੋਈ ਸਾਨੂੰ ਸੰਦੇਸ਼ ਗੁਰੂ ਪਾਤਸ਼ਾਹ ਜੀ ਨੇ ਨਹੀਂ ਦਿੱਤਾ। ਰਾਮ ਨਾਮ ਜੋ ਜਨ ਜਪੈ ਅਨਦਿਨ ਸਜਾਗੈ, ਜੀ। ਤੰਤ ਮੰਤ ਨਾ ਜੋ ਹੋਈ ਤਿਤ ਚਾਖ ਨਾ ਲਾਗੈ। ਤੰਤਰ ਮੰਤਰ ਜੰਤਰ ਨਾਮ ਦੀ ਕੋਈ ਚੀਜ਼ ਸਿੱਖ ਦੇ ਜੀਵਨ ਦੇ ਉੱਤੇ ਕੁਝ ਵੀ ਅਸਰ ਨਹੀਂ ਪਾ ਸਕਦੀ ਕਿਸੇ ਵੀ ਰੂਪ ਦੇ ਅੰਦਰ, ਕਿਉਂਕਿ ਗੁਰਬਾਣੀ ਇਹਦੇ ਜੀਵਨ ਦਾ ਆਧਾਰ ਹੋਏਗੀ ਤੇ ਤੰਤਰ ਮੰਤਰ ਜੰਤਰ ਇਹਦਾ ਕੁਝ ਵਿਗਾੜ ਨਹੀਂ ਸਕਦਾ। ਕੁਝ ਸਵਾਰ ਸਕਦਾ ਹੈ, ਵਿਗਾੜ ਨਹੀਂ ਸਕਦਾ। ਹਾਂ, ਗੁਰੂ ਕਾ ਸ਼ਬਦ ਸਵਾਰ ਸਕਦਾ ਹੈ, ਨਾ ਇਹ ਵਿਗਾੜ ਸਕਦਾ ਨਾ ਇਹ ਸਵਾਰ ਸਕਦਾ। ਤੇ ਜਦੋਂ ਅਸੀਂ ਤੰਤਰ ਮੰਤਰ ਜੰਤਰ ਦੀ ਗੱਲ ਕਰਦੇ ਹਾਂ ਜਾਂ ਬਾਣੀ ਦੀ ਸ਼ਬਦ ਦੀ ਗੱਲ ਕਰਦੇ ਹਾਂ, ਅਸੀਂ ਆਪਣੇ ਬੱਚਿਆਂ ਦੇ ਮੱਥੇ ਕਾਲੇ ਕੀਤੇ ਟਿੱਕੇ ਲਾ ਕੇ, ਪਰ ਪਾਤਸ਼ਾਹ ਜੀ ਕਹਿੰਦੇ ਟਿੱਕੇ ਲਾਉਣ ਦੀ ਲੋੜ ਨਹੀਂ, ਕਿ ਤੁਸੀਂ ਤਿਤ ਚਾਖ ਨਾ ਲਾਗੇ। ਚਾਖ ਦਾ ਮਤਲਬ ਬਦਨਜ਼ਰ, ਵੀ ਗੋਦ ਵਿੱਚ ਪਾ ਕੇ ਬਾਣੀ ਦਾ ਪਾਠ ਕਰਿਆ ਕਰੋ, ਉਹਨਾਂ ਨੂੰ ਸਿਧਾਂਤਾਂ ਦੇ ਨਾਲ ਦ੍ਰਿੜ ਕਰਾਓ। ਜਦੋਂ ਬਚਪਨ ਤੋਂ ਹੀ ਬੱਚੇ ਨੂੰ ਕਿਹਾ ਜਾਂਦਾ ਹੈ ਕਿ ਸੋ ਜਾ ਨਹੀਂ ਤੇ ਬਾਹੂ ਜਾਂ ਬਿੱਲੀ ਆ ਜਾਏਗੀ, ਤੇ ਬਚਪਨ ਤੋਂ ਹੀ ਇੱਕ ਭੂਤ ਦਾ ਡਰ ਔਰ ਇੱਕ ਬਾਹੂ ਦਾ ਡਰ ਅਸੀਂ ਬਚਪਨ ਅੰਦਰ ਉਹਦੇ ਵਿੱਚ ਪਾ ਦਿੰਨੇ ਆ। ਉਸੇ ਸੋਚ ਨੂੰ ਲੈ ਕੇ ਉਹ ਵੱਡਾ ਹੁੰਦਾ ਹੈ ਔਰ ਉਸ ਭੂਤ ਨੂੰ, ਕਾਲਪਨਿਕ ਜਾਂ ਉਸ ਜਿੰਨ ਨੂੰ ਜਾਂ ਉਸ ਬਾਹੂ ਨੂੰ ਲੈ ਕੇ ਪੂਰੇ ਸੰਸਾਰ ਦੇ ਅੰਦਰ ਆਪਣਾ ਜੀਵਨ ਬਤੀਤ ਕਰਦਾ ਉਸ ਡਰ ਦੇ ਅਧੀਨ। ਅੱਛਾ, ਇੱਕ ਚੀਜ਼ ਆਉਂਦੀ ਕਿ ਕਈ ਵਾਰੀ ਇਹ ਜਦੋਂ ਡਿਸਕਸ਼ਨਸ ਹੁੰਦੀਆਂ ਨੇ ਕਿ ਸ਼ਬਦ ਸਾਡਾ ਗੁਰੂ ਹੈ, ਸਾਨੂੰ ਪਤਾ ਹੈ, ਪਰ ਕੋਈ ਵੀ ਪੜ੍ਹਾਈ ਵਾਸਤੇ ਇੱਕ ਵਿਅਕਤੀ ਦੀ ਲੋੜ ਹੁੰਦੀ ਹੈ, ਜਿਹੜਾ ਕਿ ਅੱਜ ਬਾਬਾਡਮ ਜੋ ਫੈਲ ਰਿਹਾ ਉਹਦਾ ਇਹ ਸਹਾਰਾ ਲਿਆ ਜਾਂਦਾ ਕਿ ਜੀ ਸਾਡੇ ਜ਼ਰੀਏ ਅਸੀਂ ਕਿਉਂਕਿ ਉਸ ਲੈਵਲ ਤੇ ਪਹੁੰਚੇ, ਅਸੀਂ ਤੁਹਾਨੂੰ ਵੀ ਉੱਥੇ ਪਹੁੰਚਾ ਦਾਂਗੇ। ਉਹ ਗੱਲ ਹੁੰਦੀ ਕੁਝ ਹੋਰ ਹੈ, ਪਰ ਇਹ ਇੱਕ ਚੀਜ਼ ਲੋਕਾਂ ਦੇ ਮਨਾਂ 'ਚ ਬਿਠਾ ਦਿੱਤੀ ਗਈ ਹੈ ਕਿ ਸਾਡੇ ਰਾਹੀਂ ਹੀ ਜੇ ਤੁਸੀਂ ਜਾਣਾ ਚਾਹੁੰਦੇ ਹੋ, ਰੱਬ ਦੀ ਪ੍ਰਾਪਤੀ ਕਰਨਾ ਚਾਹੁੰਦੇ ਹੋ, ਅਸੀਂ ਹੀ ਸਹੀ ਜ਼ਰੀਆ, ਕਿਉਂਕਿ ਅਸੀਂ ਐਕਸਪੀਰੀਅੰਸ ਕੀਤਾ ਹੋਇਆ ਹੈ, ਅਸੀਂ ਉੱਥੋਂ ਤੱਕ ਪਹੁੰਚੇ ਹੋਏ ਹਾਂ। ਬਾਣੀ ਵਿੱਚ ਜੋ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕੋਈ ਥਾਂ ਨਹੀਂ ਮਿਡਲਮੈਨ ਦੀ ਹੈਗੀ, ਲੇਕਿਨ ਉਸ ਦੇ ਬਾਵਜੂਦ ਅੱਜ ਇਹ ਚੀਜ਼ ਕਿਉਂ ਇੰਨੀ ਪ੍ਰਚਲਿਤ ਹੋ ਰਹੀ ਹੈ? ਪੰਜਾਬ ਦੇ ਵਿੱਚ ਤਕਰੀਬਨ 12,500 ਪਿੰਡ ਨੇ ਤੇ ਤਕਰੀਬਨ 13,000 ਡੇਰੇ ਬਣੇ ਪਏ ਨੇ। ਹਰ ਇੱਕ ਡੇਰਾ ਜੋ ਹੈ ਉਹ ਆਪਣੀ ਹੀ ਇੱਕ ਸੋਚ ਨੂੰ ਲੈ ਕੇ ਅੱਗੇ ਆ ਰਿਹਾ ਹੈਗਾ। ਤਾਂ ਇਹ ਲੋਕਾਂ ਦੇ ਮਨਾਂ 'ਚ ਕਿਉਂ ਨਹੀਂ ਗੱਲ ਨਿਕਲ ਰਹੀ? ਅੱਜ 21ਵੀਂ ਸਦੀ 'ਚ ਅਸੀਂ ਰਹਿ ਰਹੇ ਹਾਂ ਤੇ ਫਿਰ ਵੀ ਅਸੀਂ ਉਹਨਾਂ ਦੇ ਪਿੱਛੇ ਕਿਉਂ ਲੱਗ ਰਹੇ ਹਾਂ? ਅਸੀਂ ਡਾਇਰੈਕਟ ਕਨੈਕਸ਼ਨ ਕਿਉਂ ਨਹੀਂ ਕਰ ਰਹੇ? ਅਸਲ ਗੱਲ ਹੈ ਕਿ ਸਾਡਾ ਇੱਕ ਸੈਂਟਰ ਨਹੀਂ ਰਿਹਾ। ਜਿਵੇਂ ਸਿੱਖ ਰਹਿਤ ਮਰਿਆਦਾ ਉਹਨਾਂ ਅਮਰਜੀਵੜਿਆਂ ਨੇ ਬਣਾਈ 1945 ਵਿੱਚ, 1932 ਤੋਂ ਲੈ ਕੇ ਇਹਨਾਂ ਸਮਾਂ ਲਾਇਆ, 1923 ਤੋਂ ਗੱਲਾਂ ਸ਼ੁਰੂ ਹੋਈਆਂ ਸਨ। ਸਿਰਫ 32 ਪੇਜਾਂ ਦਾ ਦਸਤਾਵੇਜ਼ ਸੀਗਾ ਔਰ ਉਹ ਦਸਤਾਵੇਜ਼ ਐਸਾ ਦਸਤਾਵੇਜ਼ ਸੀਗਾ ਕਿ ਉਹਨਾਂ 32 ਪੇਜਾਂ ਦੇ ਅੰਦਰ ਅਸੀਂ ਰਹਿਣਾ ਕਿਵੇਂ ਹੈ, ਅਸੀਂ ਨਾਮ ਸੰਸਕਾਰ, ਜਨਮ ਸੰਸਕਾਰ, ਅੰਮ੍ਰਿਤ ਸੰਸਕਾਰ ਕਿਸ ਰੂਪ ਦੇ ਅੰਦਰ ਹੋਣਾ ਚਾਹੀਦਾ ਹੈ, ਸਾਡੇ ਅਖੰਡ ਪਾਠ ਸਾਹਿਬ ਦੀ ਮਰਿਆਦਾ ਕੀ ਚਾਹੀਦੀ ਹੈ, ਸਹਿਜ ਪਾਠ ਸਾਹਿਬ ਦੀ, ਸਾਡੀ ਸਖਸ਼ੀ ਰਹਿਣੀ, ਪੰਥਕ ਰਹਿਣੀ ਕੀ ਚਾਹੀਦੀ ਹੈ। ਸਾਨੂੰ ਸਾਰਾ ਕੁਝ ਮਿਲਿਆ ਸੀਗਾ, ਲੇਕਿਨ ਅਸੀਂ ਆਪਣੀ ਇੱਕ ਮਰਿਆਦਾ ਵੀ ਨਹੀਂ ਕਰ ਪਾਏ, ਸਿੱਖ ਰਹਿਤ ਮਰਿਆਦਾ ਦੇ ਅਨੁਕੂਲ ਨਹੀਂ ਜਾ ਪਾਏ। ਔਰ ਇਹੀ ਕਾਰਨ ਹੈ ਕਿ ਅੱਜ ਪੰਥ ਜਿਹੜਾ ਹੈ ਖੇਰੂ ਖੇਰੂ ਹੋ ਰਿਹਾ ਹੈ। ਔਰ ਜਦੋਂ ਅਸੀਂ ਇੱਕ ਪਲੇਟਫਾਰਮ ਤੇ ਆਣਾ ਹੈ ਤੇ ਸਾਨੂੰ ਇੱਕ ਕੋਡ ਆਫ ਕੰਡਕਟ ਜਿਹੜਾ ਹੈ ਉਹ ਮੰਨਣਾ ਪਏਗਾ। ਇਸ ਕਰਕੇ ਅਸੀਂ ਸਿੱਖ ਰਹਿਤ ਮਰਿਆਦਾ ਮੁਤਾਬਕ ਜੀਵਨ ਜੀਵੀਏ, ਗੁਰਬਾਣੀ ਮੁਤਾਬਕ ਜੀਵਨ ਜੀਵੀਏ। ਸਾਡੇ ਜੀਵਨ ਦੇ ਅੰਦਰ ਤਬਦੀਲੀ ਆਣੀ ਲਾਜ਼ਮੀ ਹੈ ਔਰ ਅਸੀਂ 21ਵੀਂ ਸਦੀ ਦੇ ਅੰਦਰ ਜੀ ਸਕਦੇ ਹਾਂ। ਜਿਵੇਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਤੁਸੀਂ 21ਵੀਂ ਸਦੀ ਦੇ ਅੰਦਰ ਰਹਿੰਦੇ ਹੋ। ਅੱਜ ਅਸੀਂ ਦੇਖਦੇ ਹਾਂ ਟੀਵੀ ਵਿੱਚ ਕੋਈ ਟੈਬੈਕੂ ਦਾ ਕੋਈ ਸੀਨ ਆ ਜਾਂਦਾ, ਥੱਲੇ ਲਿਖਿਆ ਆ ਜਾਂਦਾ ਸਮੋਕਿੰਗ ਇਜ਼ ਇੰਜੂਰੀਅਸ ਟੂ ਹੈਲਥ। ਗੁਰੂ ਪਾਤਸ਼ਾਹ ਜੀ 500 ਸਾਲ ਪਹਿਲਾਂ ਸਾਨੂੰ ਟੋਕ ਰਹੇ ਨੇ ਕਿ ਭਲਿਆ ਤੂੰ ਆਹ ਕੰਮ ਨਾ ਕਰੀ। ਮਰਦਾਨਾ ਜੀ ਨੂੰ ਕਿਹਾ ਜਾਂਦਾ ਵੀ 3 ਚੀਜ਼ਾਂ ਧਿਆਨ ਰੱਖੀ, ਤੇਰੀ ਮੇਰੀ ਬਾਣੇ ਆਵੇਗੀ। ਉਹ 3 ਚੀਜ਼ਾਂ ਕੀ ਨੇ? ਇੱਕ ਤੇ ਤੂੰ ਜਗਤ ਝੂਠ ਨਹੀਂ ਖਾਣੀ, ਤੰਬਾਕੂ ਨਹੀਂ ਵਰਤਣਾ। ਦੂਜਾ, ਤੂੰ ਜਿਹੜਾ ਹੈ ਆਪਣੇ ਕੇਸ਼ਾਂ ਦੀ ਬੇਅਦਬੀ ਨਹੀਂ ਕਰਨੀ। ਤੀਜਾ ਜਿਹੜਾ ਹੈ, ਆ ਦੁਨਿਆਵੀ ਲੋਕਾਂ ਦੇ ਸਾਹਮਣੇ ਨਹੀਂ ਗਾਉਣਾ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਨੀ ਹੈ, ਉਸ ਰੂਪ ਦੇ ਅੰਦਰ ਰਹਿਣਾ ਹੈ, ਉਹਦੀ ਸਿਫਤ ਸਲਾਹ ਕਰਨੀ। ਰਾਈਟ। ਸੋ ਸਿਧਾਂਤ ਜਿਹੜੇ ਨੇ ਭਾਈ ਸਾਹਿਬ ਬੜੇ ਮਜ਼ਬੂਤ ਨੇ, ਪਰ ਉਹ ਅੱਜ ਸਿਧਾਂਤ ਤਾਂ ਨਹੀਂ ਡੋਲੇ, ਅਸੀਂ ਡੋਲ ਗਏ। ਸਿਧਾਂਤ ਤਾਂ ਉਸੇ ਤਰੀਕੇ ਨਾਲ ਜੋ 500 ਸਾਲ ਪਹਿਲਾਂ ਸੀ ਉਹ ਅੱਜ ਵੀ ਉਹੀ ਚੱਲ ਰਹੇ ਨੇ। ਪਰ ਹੁਣ ਜਿਸ ਤਰ੍ਹਾਂ ਤੁਸੀਂ ਗੱਲ ਕੀਤਾ ਕਿ ਨਸ਼ਿਆਂ ਤੋਂ ਬਚਣਾ ਹੈ, ਅੱਜ ਪੰਜਾਬ ਜੋ ਹੈ ਗ੍ਰਸਤ ਹੋਇਆ ਪਿਆ ਨਸ਼ਿਆਂ ਦੇ ਵਿੱਚ। ਅੱਜ 21ਵੀਂ ਸਦੀ 'ਚ ਅਸੀਂ ਮਾਡਰਨ ਅਖਵਾਉਣ ਲਈ ਆਪਣੇ ਆਪ ਨੂੰ ਨਸ਼ਿਆਂ ਦੀ ਵਰਤੋਂ ਇੱਕ ਸੋਸ਼ਲ ਸਟੇਟਸ ਸਾਡਾ ਬਣ ਚੁੱਕਿਆ ਹੈਗਾ। ਜਿਹੜਾ ਕੋਈ ਨਹੀਂ ਕਰਦਾ ਉਸ ਨੂੰ ਬੈਕਵਰਡ ਸਮਝਿਆ ਜਾਂਦਾ ਹੈ। ਸੋ 21ਵੀਂ ਸਦੀ ਤਾਂ ਆ ਗਈ, ਪਰ ਉਸ ਮਾਨਸਿਕਤਾ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਗੁਰੂ ਨੇ ਤਾਂ ਸਾਡੇ ਵਿਕਾਸ ਕੀਤਾ ਸੀ, ਵਿਵੇਕ ਬੁੱਧੀ ਦਾ ਤੁਸੀਂ ਜ਼ਿਕਰ ਕੀਤਾ, ਉਸ ਦੀ ਵਰਤੋਂ ਕਰਕੇ ਅਸੀਂ ਅੱਗੇ ਨੂੰ ਜਾਣਾ ਸੀ। ਤਾਂ ਕੀ ਇਹ 21ਵੀਂ ਸਦੀ ਦੇ ਵਿੱਚ ਰਹਿੰਦੇ ਹੋਏ ਅਸੀਂ ਪਿਛੜ ਤਾਂ ਨਹੀਂ ਰਹੇ, ਅਸੀਂ ਪਿੱਛੇ ਨੂੰ ਤਾਂ ਜਾ ਰਹੇ? ਹਾਂ, ਬਿਲਕੁਲ ਬਿਲਕੁਲ ਤੁਹਾਡਾ ਦੁਰਸਤ ਸਵਾਲ ਹੈ। ਅਸੀਂ ਤਰੱਕੀ ਕੀਤੀ, ਅਸੀਂ ਤਰੱਕੀ ਕੀਤੀ, ਸਾਡੀ ਐਫਡੀਸ ਵਧੀਆਂ, ਸਾਡੇ ਪਲਾਟਸ ਵਧੇ, ਸਾਡੇ ਕੋਲ ਮਨੀ ਬਹੁਤ ਵਧੀ, ਅਸੀਂ ਆਪਣੇ ਘਰ ਬਹੁਤ ਬਣਾ ਲਏ। ਅੱਜ ਇਸ ਦੇਸ਼ ਦੇ ਵਿੱਚ ਹੈ, ਇੰਡੀਆ ਦੇ ਵਿੱਚ ਹੈ, ਹਰ ਇੱਕ ਦੇਸ਼ ਦੇ ਅੰਦਰ ਅਸੀਂ ਘਰ ਬਣਾਏ, ਤਰੱਕੀ ਅਸੀਂ ਬਹੁਤ ਕੀਤੀ। ਗੁਰੂ ਇਸ ਤਰੱਕੀ ਨੂੰ ਨਹੀਂ ਦੇਖਦੇ, ਗੁਰੂ ਸਾਹਿਬ ਜੀ ਸਾਡੀ ਇਸ ਤਰੱਕੀ ਨੂੰ ਨਹੀਂ ਦੇਖਦੇ। ਉਹ ਤਰੱਕੀ ਕੀ ਦੇਖਦੇ ਨੇ, ਕਿਸ ਰੂਪ ਦੇ ਅੰਦਰ ਤਰੱਕੀ ਨੂੰ ਵਾਚ ਕਰਦੇ ਨੇ। ਉਹ ਕਹਿੰਦੇ ਨੇ ਵੀ ਤੂੰ ਅਧਿਆਤਮਕ ਤੌਰ ਤੇ ਅੰਦਰਲੀ ਤਰੱਕੀ ਕੀ ਨਹੀਂ ਕੀਤੀ। ਅੱਜ ਤੋਂ 50 ਸਾਲ ਪਹਿਲਾਂ ਵੀ ਕੰਮ ਹੀ ਸੀਗਾ, ਅੱਜ ਵੀ ਕੰਮ ਹੀ ਹੈ। ਅੱਜ ਤੋਂ 60-70 ਸਾਲ ਪਹਿਲਾਂ ਵੀ ਕਰੋਧੀ ਸੀ, ਅੱਜ ਵੀ ਕਰੋਧੀ ਹੈ। ਅੱਜ ਤੋਂ 80 ਸਾਲ ਪਹਿਲਾਂ ਵੀ ਉਸੇ ਰੂਪ ਦੇ ਅੰਦਰ ਵਿਚਰਿਆ ਸੀ, ਅੱਜ ਵੀ ਵਿਚਰਿਆ। ਅਧਿਆਤਮਕ ਤੌਰ ਤੇ ਸਾਡੀ ਤਰੱਕੀ ਨਹੀਂ ਹੋਈ। ਔਰ ਦੂਜੀ ਗੱਲ, ਤੁਸੀਂ ਇੱਕ ਬਹੁਤ ਅਹਿਮ ਮਸਲਾ ਵੇਖੋ, ਅਸੀਂ ਕਿੱਥੇ ਖੜੇ ਹਾਂ।
ਕੁੜੀ ਮਾਰ ਸ਼ਬਦ ਰਹਿਤ ਮਰਿਆਦਾ ਵਿੱਚ ਹੁੰਦਾ ਹੈ। ਠੀਕ। ਸਾਨੂੰ ਬਹੁਤ ਸਾਲ ਪਹਿਲਾਂ ਸਮਝਾਇਆ ਗਿਆ ਸੀ ਤੁਸੀਂ ਆਪਣੀ ਬੇਟੀਆਂ ਦਾ ਕਤਲ ਨਹੀਂ ਕਰਨਾ, ਜਿਹੜਾ ਕੁੜੀ ਮਾਰ ਹੈ ਉਹਦੇ ਨਾਲ ਵਰਤਾਂਗੇ ਵੀ ਨਹੀਂ। ਠੀਕ। ਅੱਜ ਸਾਡੇ ਸਮਾਜ ਦੇ ਅੰਦਰ ਬੇਟੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਔਰ ਕਿਸ ਰੂਪ ਦੇ ਅੰਦਰ ਖਤਮ ਕੀਤਾ ਜਾ ਰਿਹਾ ਹੈ। ਬੱਚੀਆਂ 10 ਕਰੋੜ ਕਤਲ ਹੋ ਚੁੱਕੀਆਂ ਨੇ ਇੰਡੀਆ ਤੇ ਚਾਈਨਾ ਦੇ ਵਿੱਚ, WHO ਦੀ ਰਿਪੋਰਟ ਹੈ। ਔਰ 10 ਕਰੋੜ ਬੱਚਿਆਂ ਦਾ ਕਤਲ ਹੋ ਗਿਆ, ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਔਰ ਕਿਵੇਂ ਕਤਲ ਕਰਦੇ ਆ? ਬੱਚੀ ਜਨਮ ਲੈਂਦੀ ਹੈ, ਉਹਨੂੰ ਲੱਤਾਂ ਤੋਂ ਫੜ ਕੇ ਪਟਕ ਕੇ ਮਾਰਿਆ ਜਾਂਦਾ ਹੈ ਦੀਵਾਰ ਦੇ ਉੱਤੇ, ਜਿਹੜਾ ਖੂਨ ਨਿਕਲਦਾ ਉਹਨੂੰ ਆਪਣੇ ਘਰ ਦੇ ਬਾਹਰ ਟਿੱਕਾ ਲਾਇਆ ਜਾਂਦਾ ਹੈ ਕਿ ਆ ਮੁੜ ਕੇ ਬੱਚੀ ਘਰ ਵਿੱਚ ਜਨਮ ਨਾ ਲਵੇ। ਇਸ ਰੂਪ ਦੇ ਅੰਦਰ ਘੜੇ ਵਿੱਚ ਦੱਬ ਕੇ ਜੂੰਦੀ ਨੂੰ ਖਤਮ ਕੀਤਾ ਜਾਂਦਾ ਹੈ। ਔਰ ਉਸ ਜੂੰਦੀ ਬੱਚੀ ਨੂੰ, ਮਾਂ ਦੇ ਜਿਗਰ ਦੇ ਟੁਕੜੇ ਨੂੰ, ਜਿਸ ਮਾਂ ਦੇ ਨਾਲ ਉਹ ਉਹਦੇ ਦਿਲ ਦੇ ਨਜ਼ਦੀਕ ਧੜਕਣ ਦੇ ਲਾਗੇ ਰਹੀ, ਉਸ ਬੱਚੀ ਨੂੰ ਉਹਦੇ ਮੂੰਹ ਵਿੱਚ ਤੂੜੀ ਪਾ ਕੇ ਔਰ ਉਸ ਬੱਚੀ ਨੂੰ ਧਰਤੀ ਵਿੱਚ ਦੱਬ ਕੇ ਜੂੰਦੀ ਨੂੰ ਖਤਮ ਕੀਤਾ ਜਾਂਦਾ ਹੈ। ਫਿਰ ਵੀ ਅਸੀਂ ਆਪਣੇ ਨੂੰ ਸਿੱਖ ਖਵਾਉਂਦੇ ਹਾਂ, ਫਿਰ ਵੀ ਅਸੀਂ ਕਹਿ ਰਹੇ ਹਾਂ ਕਿ ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ ਰਾਜਾ। ਅੱਜ ਅਸੀਂ ਕਹਿ ਰਹੇ ਹਾਂ, ਲੇਕਿਨ ਅੱਜ ਅਸੀਂ ਕਿੱਥੇ ਖੜੇ ਹਾਂ? ਅੱਜ ਤੁਸੀਂ ਰੇਸ਼ੋ ਦੇਖ ਲਓ ਪੰਜਾਬ ਦਾ, ਜਾਂ ਇਹ ਕੀ ਕਾਰਨ ਹੈ? ਇਹੀ ਕਾਰਨ ਹੈ ਕਿ ਪਾਤਸ਼ਾਹ ਜੀ ਨੇ ਸਾਨੂੰ ਸ਼ਬਦ ਗੁਰੂ ਨਾਲ ਜੋੜਿਆ ਸੀ ਕਿ ਤੁਸੀਂ ਆਉਣ ਵਾਲੇ ਸਮਾਜ ਦੇ ਅੰਦਰ ਬਰਾਬਰਤਾ ਦੇਣੀ ਹੈ, ਜਾਤੀਵਾਦ ਦੇ ਤੌਰ ਤੇ, ਇਸਤਰੀ ਤੇ ਪੁਰਸ਼ ਦੇ ਅੰਦਰ ਬਰਾਬਰਤਾ, ਔਰ ਸਮਾਜ ਦੇ ਅੰਦਰ ਹਰ ਧਰਮ ਦੇ ਅੰਦਰ ਪਿਆਰ ਇਤਫਾਕ ਲੈ ਕੇ ਆਉਣਾ ਹੈ, ਜੋ ਅਸੀਂ ਨਹੀਂ ਲੈ ਕੇ ਆ ਪਾਏ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ, ਇਹ ਮਹੱਤਵਪੂਰਨ ਵਿਸ਼ੇ ਨੂੰ ਟੱਚ ਕਰਨ ਲਈ, ਕਿਉਂਕਿ ਅੱਜ ਦੇ ਸੰਦਰਭ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਮਾਨਸਿਕਤਾ ਦੇ ਵਿੱਚ ਜਦ ਤੱਕ ਤਬਦੀਲੀ ਨਹੀਂ ਆਏਗੀ, ਇਹ ਸਿਰਫ ਲਿਪ ਸਰਵਿਸ ਹੀ ਰਹੇਗੀ ਕਿ ਗੁਰਬਾਣੀ ਨੂੰ ਅਸੀਂ ਮੱਥਾ ਤਾਂ ਟੇਕ ਲਿਆ, ਪਰ ਜੋ ਗੁਰਬਾਣੀ ਕਹਿ ਰਹੀ ਉਸ ਨੂੰ ਕਿਉਂ ਨਹੀਂ ਅਸੀਂ ਸਮਝ ਰਹੇ। ਅੱਜ ਹੈਰਾਨੀ ਹੁੰਦੀ ਹੈ ਕਿ ਕਈ ਕੈਨੇਡਾ ਵਿੱਚ ਵੀ ਕਈ, ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਗੁਰੂ ਸਾਹਿਬ ਨੇ ਨਸ਼ੇ ਤੋਂ ਦੂਰ ਰੱਖਿਆ, ਇੱਥੋਂ ਤੱਕ ਵੀ ਸੁਣਿਆ ਕਿ ਗੁਰੂ ਸਾਹਿਬ ਦਾ ਤਾਂ ਘੋੜਾ ਵੀ ਜਿਹੜਾ ਸੀ ਉਹ ਤੰਬਾਕੂ ਦੇ ਖੇਤ ਵਿੱਚ ਨਹੀਂ ਗਿਆ। ਲੇਕਿਨ ਅੱਜ ਕੁਝ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਭੰਗ ਨੂੰ ਲੀਗਲਾਈਜ਼ ਕਰਨ ਦੀਆਂ ਗੱਲਾਂ ਕਰ ਰਹੀਆਂ ਨੇ, ਤੇ ਸਿੱਖ ਵੱਧ ਚੜ ਕੇ ਇਸ ਨਾਲ ਜੁੜ ਕੇ ਉਹਦੇ ਅੱਗੇ ਹਾਂ ਬਈ ਹਾਂ ਕਰ ਰਹੇ ਨੇ। ਸੋ ਇਹ ਅਫਸੋਸ ਹੁੰਦਾ ਕਿ ਜਿਹੜੇ ਸਾਡੇ ਸਿਧਾਂਤ ਨੇ, ਸਿਧਾਂਤ ਤੋਂ ਜਦੋਂ ਅਸੀਂ ਪਿੱਛੇ ਹੋ ਜਾਵਾਂਗੇ ਤਾਂ ਫਿਰ ਕੌਮਾਂ ਦਾ ਜਿਹੜਾ ਹਾਲ ਹੁੰਦਾ ਹੈ ਉਹ ਇਤਿਹਾਸ ਹੀ ਸਾਨੂੰ ਦੱਸਦਾ ਹੈ ਕਿ ਕਿਸ ਪਾਸੇ ਨੂੰ ਜਾਂਦਾ ਹੈ। ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਭਾਈ ਸਾਹਿਬ ਨੇ ਕਈ ਰੈਲੇਵੈਂਟ ਪੁਆਇੰਟਸ ਨੂੰ ਅੱਜ ਟੱਚ ਕੀਤਾ ਹੈਗਾ, ਤੇ ਸਮਾਂ ਇਹ ਮੰਗ ਕਰਦਾ ਹੈ ਕਿ ਅਸੀਂ ਇਹਨਾਂ 'ਤੇ ਜ਼ਰੂਰ ਵਿਚਾਰ ਕਰੀਏ। ਇਹ ਡਿਸਕਸ਼ਨਸ ਦਾ ਮਕਸਦ ਇਹੀ ਹੁੰਦਾ ਕਿ ਅਸੀਂ ਵਿਚਾਰ ਰਾਹੀਂ ਆਪਣੀ ਸੋਚ ਵਿੱਚ ਤਬਦੀਲੀ ਲਿਆ ਸਕੀਏ। ਉਸ ਵਿਵੇਕ ਬੁੱਧੀ ਦਾ ਜਿਹਦਾ ਅਸੀਂ ਜ਼ਿਕਰ ਕਰਦੇ ਹਾਂ, ਅੱਜ ਕਿਉਂ ਨਹੀਂ ਅਸੀਂ ਉਸ ਨੂੰ ਵਰਤ ਰਹੇ? ਅੱਜ ਕਿਉਂ ਅੱਖਾਂ ਮੀਚ ਕੇ ਅਸੀਂ ਸਿਰਫ ਉਹੀ ਲੋਕਾਂ ਦੇ ਪਿੱਛੇ ਚੱਲ ਰਹੇ ਹਾਂ ਜਿਹੜੇ ਕਿ ਸਾਨੂੰ ਗੁਰਮਤਿ ਤੋਂ ਦੂਰ ਲੈ ਕੇ ਜਾ ਰਹੇ ਨੇ? ਇਹ ਸਵਾਲ ਅੱਜ ਸਾਡੇ ਸਾਹਮਣੇ ਹੈ, ਆਓ ਇਸ 'ਤੇ ਵਿਚਾਰ ਕਰੀਏ ਤੇ ਇਹ ਦੇਖੀਏ ਕਿ ਕਿਵੇਂ ਅਸੀਂ ਤਬਦੀਲੀ ਲਿਆ ਸਕਦੇ ਹਾਂ। 6046037555 ਦੇ ਉੱਤੇ ਤੁਸੀਂ ਫੀਡਬੈਕ ਦੇ ਸਕਦੇ ਹੋ, ਜਾਂ ਤੁਹਾਡੇ ਕੋਲ ਕੋਈ ਵੀ ਸਵਾਲ ਹੋਏ ਤਾਂ ਸਾਡੇ ਤੱਕ ਜ਼ਰੂਰ ਪਹੁੰਚਾਉਣਾ। ਜਿਹੜੇ ਸਾਡੇ ਮਹਿਮਾਨ ਆਉਂਦੇ ਨੇ ਉਹਨਾਂ ਰਾਹੀਂ ਅਸੀਂ ਤੁਹਾਡੇ ਤੱਕ ਉਸ ਦਾ ਜਵਾਬ ਲੈ ਕੇ ਹਾਜ਼ਰ ਹੋਵਾਂਗੇ। ਇਹ ਸਾਰੇ ਐਪੀਸੋਡਸ ਤੁਸੀਂ youtube.com/harpreetsingh show ਤੇ ਵੀ ਜਾ ਕੇ ਦੇਖ ਸਕਦੇ ਹੋ। ਉਸ ਤੋਂ ਇਲਾਵਾ ਈਮੇਲ ਵੀ ਤੁਸੀਂ ਸਾਨੂੰ ਕਰ ਸਕਦੇ ਹੋ harpreetsingh@gmail.com। ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।